ਪਹੁੰਚੇ ਹਾਂ ਪਿੰਡ ਗਿੱਲ ਵਿੱਚ, ਜਿੱਥੇ ਦਰਸ਼ਨ ਕਰਾਵਾਂਗੇ ਤੁਹਾਨੂੰ ਇੱਥੋਂ ਦੇ ਗੁਰਦੁਆਰਾ ਸਾਹਿਬ ਬਾਬੇ ਦੀ ਮਿਹਰ ਕੁਟੀਆ ਦੇ। ਸੋ ਆਓ ਲੈ ਚੱਲਦੇ ਹਾਂ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਵਿੱਚ। ਇਹ ਹੈ ਜੀ ਗੁਰਦੁਆਰਾ ਸਾਹਿਬ ਵਿੱਚ ਸਥਿਤ ਪੁਰਾਣਾ ਖੂਹ, ਜਿਸ ਨੂੰ ਕਿ ਪਹਿਲਾਂ ਪਾਣੀ ਦੀ ਵਰਤੋਂ ਲਈ ਵਰਤਿਆ ਜਾਂਦਾ ਸੀ, ਪਰ ਅੱਜ ਕੱਲ੍ਹ ਇਸ ਨੂੰ ਪੱਕਿਆਂ ਕਰ ਦਿੱਤਾ ਗਿਆ ਹੈ। ਇਹ ਹੈ ਗੁਰਦੁਆਰਾ ਸਾਹਿਬ ਵਿੱਚ ਬਣਾਈ ਗਈ ਪਾਰਕ, ਜਿਸ ਦੀ ਸੇਵਾ ਇੱਥੋਂ ਦੇ ਮਾਲੀਆਂ ਅਤੇ ਨੌਜਵਾਨ ਸਭਾ ਦੇ ਦੁਆਰਾ ਕੀਤੀ ਜਾਂਦੀ ਹੈ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਲੋੜਵੰਦਾਂ ਦੀ ਸਿਹਤ ਵਿਵਸਥਾ ਦੇ ਲਈ ਇੱਕ ਫ੍ਰੀ ਡਿਸਪੈਂਸਰੀ ਵੀ ਚਲਾਈ ਜਾਂਦੀ ਹੈ, ਜਿਸ ਵਿੱਚ ਉਹਨਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਕਰਦੇ ਹਾਂ ਇੱਥੋਂ ਦੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ, ਤਾਂ ਦੇਖ ਹੀ ਸਕਦੇ ਹਾਂ ਕਿ ਇਸ ਇਮਾਰਤ ਨੂੰ ਕਿੰਨੇ ਸੋਹਣੇ ਤਰੀਕੇ ਨਾਲ ਟਾਇਲਾਂ ਦੀ ਸਜਾਵਟ ਕੀਤੀ ਹੋਈ ਹੈ। ਹੁਣ ਵਾਰੀ ਹੈ ਜੀ ਸਰੋਵਰ ਦੇ ਦਰਸ਼ਨ ਕਰਨ ਦੀ। ਸਾਹਿਬ ਵਿੱਚ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਦੇ ਲਈ ਇਸ਼ਨਾਨ ਦਾ ਪ੍ਰਬੰਧ ਕਰਨ ਦੇ ਲਈ ਸਰੋਵਰ ਦਾ ਨਿਰਮਾਣ ਕੀਤਾ ਗਿਆ ਹੈ। ਇਹ ਹੈ ਜੀ ਉਹ ਸਥਾਨ ਜਿੱਥੇ ਕਿ ਉਹਨਾਂ ਮਹਾਂਪੁਰਖਾਂ ਦੀ ਯਾਦਗਾਰ ਬਣਾਈ ਗਈ ਹੈ, ਜਿਨ੍ਹਾਂ ਦੇ ਨਾਂ ਤੇ ਇਹ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਗਿਆ ਹੈ। ਚਲਦੇ ਹਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣ। ਇਹ ਤਾਂ ਸੀ ਗੁਰਦੁਆਰਾ ਸਾਹਿਬ ਦੇ ਦਰਸ਼ਨ। ਇਸ ਤੋਂ ਬਾਅਦ ਹੁਣ ਅਸੀਂ ਗੱਲ ਕਰਾਂਗੇ ਇੱਥੋਂ ਦੇ ਗ੍ਰੰਥੀ ਸਿੰਘ ਜੀ ਨਾਲ ਅਤੇ ਸੰਗਤ ਦੇ ਨਾਲ। ਆਓ ਹੁਣ ਗੱਲ ਕਰਦੇ ਹਾਂ ਇੱਥੋਂ ਦੀ ਨੌਜਵਾਨ ਸਭਾ ਦੇ ਨਾਲ, ਜੋ ਕਿ ਸਿਰਫ ਮੇਲੇ ਦੀ ਸੇਵਾ ਹੀ ਨਹੀਂ, ਗੁਰੂ ਘਰ ਦੀ ਕੋਈ ਵੀ ਸੇਵਾ ਹੋਵੇ ਪੂਰੀ ਸ਼ਿੱਦਤ ਦੇ ਨਾਲ ਕਰਦੇ ਹਨ। ਸੋ ਚਲੋ, ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਤੇ ਇਹ ਕਹਿਣਾ ਚਾਹੁੰਦਾ ਜੀ, ਇਹ ਇਤਿਹਾਸਕ ਸਥਾਨ ਆ, ਸੰਤਾਂ ਮਹਾਂਪੁਰਸ਼ਾਂ ਨੇ ਪ੍ਰਗਟ ਕੀਤਾ। ਇੱਥੇ ਜਿਹੜੀ ਨੌਜਵਾਨ ਸਭਾ ਬਣੀ ਜਾਂ ਪ੍ਰਬੰਧਕ ਕਮੇਟੀ ਬਣੀ, ਸਾਰਿਆਂ ਦਾ ਬੜਾ ਯੋਗਦਾਨ ਆ, ਸਾਰੇ ਨਗਰ ਦਾ ਬੜਾ, ਇਲਾਕੇ ਦਾ ਬੜਾ ਯੋਗਦਾਨ ਆ। ਜੋ ਵੀ ਕੋਈ ਸੇਵਾ ਦਾ ਕੰਮ ਹੁੰਦਾ ਹੈ, ਨੌਜਵਾਨ ਦੇ ਮੂਹਰੇ ਹੋ ਕੇ ਕਰਦੇ ਆ। ਇਹ ਨਹੀਂ ਵੀ ਇਕੱਲੇ ਗੁਰੂ ਘਰ ਦੀ ਸੇਵਾ, ਹੋਰ ਨਗਰ ਦੇ ਵਿੱਚ ਵੀ ਜੋ ਕੰਮ ਹੁੰਦਾ ਮੂਹਰੇ ਹੋ ਕੇ ਸੇਵਾ ਨਿਭਾਉਂਦੇ ਆ। ਇਹਨਾਂ ਦਾ ਬੜਾ ਯੋਗਦਾਨ ਆ। ਗਾ ਮਹਾਰਾਜ ਚੜ੍ਹਦੀ ਕਲਾ ਰੱਖੇ ਇਹਨਾਂ ਨੂੰ। ਹੁਣ ਗੱਲ ਕਰਦੇ ਹਾਂ ਇੱਥੋਂ ਦੇ ਨੌਜਵਾਨਾਂ ਦੇ ਨਾਲ ਕਿ ਉਹ ਕਿਸ ਹੱਦ ਤੱਕ ਇਸ ਗੁਰਦੁਆਰਾ ਸਾਹਿਬ ਨਾਲ ਜੁੜੇ ਹੋਏ ਹਨ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੇ ਪਿੰਡ ਦੇ ਵਿੱਚ ਨੌਜਵਾਨਾਂ ਦਾ ਬਹੁਤ ਵੱਡਾ ਸਹਿਯੋਗ ਆ। NRI ਵੀਰਾਂ ਦਾ, ਪ੍ਰਬੰਧਕ ਕਮੇਟੀ ਦਾ ਬਹੁਤ ਸਹਿਯੋਗ ਆ ਕਿ ਜੋ ਵੀ ਆਪਣੇ ਕਾਰਜ ਸ਼ੁਰੂ ਕਰਨਾ ਉਸ ਤੋਂ ਪਹਿਲਾਂ ਆਪਾਂ ਸਾਰਿਆਂ ਨਾਲ ਗੱਲਬਾਤ ਕਰਦੇ ਹਾਂ, ਅਤੇ ਕੋਈ ਵੀ ਕਿਸੇ ਤਰੀਕੇ ਦਾ ਨੌਜਵਾਨ ਸਾਰੇ ਇਕੱਠੇ ਹੋ ਕੇ ਆਪਣੇ ਗੁਰਦੁਆਰਾ ਸਾਹਿਬ ਵਿਖੇ ਪਹੁੰਚਦੇ ਆ ਅਤੇ ਸੇਵਾ ਦਾ ਕਰਦੇ ਆ, ਇਕੱਠੇ ਹੋ ਕੇ ਸੇਵਾ ਕਰਦੇ ਆ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਤੁਸੀਂ ਦੇਖ ਹੀ ਸਕਦੇ ਹੋ ਕਿ ਇੱਥੇ ਬਹੁਤ ਹੀ ਸੋਹਣੀ ਪਾਰਕ, ਜਿਸ ਦੀ ਸੇਵਾ ਇੱਥੋਂ ਦੇ ਨੌਜਵਾਨ ਖੁਦ ਆਪ ਕਰਦੇ ਹਨ। ਸੋ ਹੁਣ ਗੱਲ ਕਰਦੇ ਹਾਂ ਇਹਨਾਂ ਦੇ ਨਾਲ ਇਸ ਬਾਰੇ ਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਮੇਰੇ ਵੀਰ ਨੇ ਕਿਹਾ ਕਿ ਸਾਰੇ ਜਿਹੜੇ ਨੌਜਵਾਨ ਆ ਉਹ ਸਾਰੇ ਰਲ ਕੇ ਇਸ ਦੀ ਸੇਵਾ ਕਰਦੇ ਆ। ਸਾਰੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਨੌਜਵਾਨ ਜਿਹੜੀ ਸਭਾ ਆ ਉਹ ਇਸ ਪਾਰਕ ਦੀ ਦੇਖ ਰੇਖ ਕਰਦੀ ਆ ਸਭ, ਕਿਉਂਕਿ ਬਹੁਤ ਹੀ ਵੱਡਾ ਪਾਰਕ ਹੈ, ਇਸ ਕਰਕੇ ਇੱਥੇ ਖੁਦ ਤਾਂ ਸੇਵਾ ਕਰਨੀ ਜਿੰਨੀ ਹੋ ਸਕਦੀ ਉਨੀ ਕਰਦੇ ਆ। ਇਹਦੇ ਮਾਲੀ ਵੀ ਰੱਖੇ ਹੋਏ ਆ ਤਾਂ ਕਿ ਬੂਟਿਆਂ ਨੂੰ ਕੋਈ ਵੀ ਨੁਕਸਾਨ ਨਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ। ਸੋ ਇਹ ਇੱਥੋਂ ਦੀ ਨੌਜਵਾਨ ਸਭਾ। ਸੋ ਆਓ ਹੁਣ ਗੱਲ ਕਰਦੇ ਹਾਂ ਇੱਥੋਂ ਦੇ ਗੁਰੂ ਘਰ ਦੇ ਵਜ਼ੀਰ ਦੇ ਸਰਦਾਰ ਬਲਦੇਵ ਸਿੰਘ ਜੀ ਦੇ ਨਾਲ। ਸੋ ਸਰਦਾਰ ਬਲਦੇਵ ਸਿੰਘ ਜੀ, ਇਹ ਗੁਰਦੁਆਰਾ ਕਿਹਨਾਂ ਦੀ ਯਾਦ ਵਿੱਚ ਬਣਾਇਆ ਗਿਆ ਹੈ? ਇਹ ਗੁਰਦੁਆਰਾ ਸਾਹਿਬ ਸੰਤ ਮਹਾਂਪੁਰਸ਼ ਧੰਨ ਧੰਨ ਬਾਬਾ ਹੁਕਮਗਿਰ ਜੀ ਦੇ ਤਪ ਸਥਾਨ, ਉਹਨਾਂ ਦੀ ਯਾਦ ਵਿੱਚ ਬਣਾਇਆ ਗਿਆ ਹੈ। ਇੱਥੋਂ ਦੇ ਕਮੇਟੀ ਮੈਂਬਰਸ ਦੇ ਬਾਰੇ ਵਿੱਚ ਕੁਝ ਦੱਸੋਗੇ? ਇੱਥੋਂ ਦੀ ਪ੍ਰਬੰਧਕ ਕਮੇਟੀ ਜੋ ਨਗਰ ਗਿੱਲ, ਜ਼ਿਲ੍ਹਾ ਜਲੰਧਰ ਨਗਰ ਦੀ ਕਮੇਟੀ ਹੈ, ਜਿਸ ਵਿੱਚ ਪ੍ਰਧਾਨ ਸਾਹਿਬ ਸਰਦਾਰ ਜੋਗਿੰਦਰ ਸਿੰਘ, ਸੈਕਟਰੀ ਸਾਹਿਬਾਨ ਭਾਈ ਰਾਜ ਕੁਮਾਰ ਜੀ, ਮੈਂਬਰ ਸਾਹਿਬਾਨ ਸਰਦਾਰ ਬਲਵਿੰਦਰ ਸਿੰਘ, ਸਰਦਾਰ ਲਛਮਣ ਸਿੰਘ, ਮਾਸਟਰ ਸੁਖਦੇਵ ਸਿੰਘ ਜੀ ਬੱਲੀ, ਭਾਈ ਸਰਜੀਤ ਸਿੰਘ। ਦੇਖਣ ਵਿੱਚ ਆਇਆ ਹੈ ਕਿ ਇੱਥੇ ਇੱਕ ਫ੍ਰੀ ਡਿਸਪੈਂਸਰੀ ਵੀ ਚਲਾਈ ਜਾਂਦੀ ਹੈ, ਜਿੱਥੇ ਕਿ ਲੋੜਵੰਦਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਇਸ ਡਿਸਪੈਂਸਰੀ ਵਿੱਚ ਲੋੜਵੰਦਾਂ ਨੂੰ ਫ੍ਰੀ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ ਅਤੇ ਸਾਲ ਵਿੱਚ ਅੱਖਾਂ ਦੇ 2 ਫ੍ਰੀ ਕੈਂਪ ਵੀ ਲੱਗਦੇ ਹਨ, ਜਿਸ ਵਿੱਚ ਸਾਰਾ ਹੀ ਖਰਚਾ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਤੇ NRI ਵੀਰਾਂ ਦਾ, ਇੰਗਲੈਂਡ ਨਿਵਾਸੀ ਸੰਗਤਾਂ ਵੱਲੋਂ ਵੱਧ ਤੋਂ ਵੱਧ ਖਰਚਾ ਹੁੰਦਾ ਹੈ। ਇਸ ਗੁਰਦੁਆਰਾ ਸਾਹਿਬ ਵਿੱਚ ਕਿਹੜੇ ਜ਼ਰੂਰੀ ਦਿਨ ਜਿਹੜੇ ਕਿ ਮਨਾਏ ਜਾਂਦੇ ਹਨ?
ਇਸ ਗੁਰਦੁਆਰਾ ਸਾਹਿਬ ਵਿਖੇ ਸਾਲ ਦੇ ਸਾਲਾਨਾ 3 ਜੋੜ ਮੇਲੇ ਮਨਾਏ ਜਾਂਦੇ ਹਨ। ਹਾੜ ਦੀ ਮੱਸਿਆ, ਵਿਸਾਖੀ ਦੇ ਪਵਿੱਤਰ ਦਿਹਾੜੇ, ਮਾਘੀ ਦੇ ਪਵਿੱਤਰ ਦਿਹਾੜੇ, ਇਹ 3 ਸਾਲਾਨਾ ਜੋੜ ਮੇਲੇ ਹਨ। ਨਗਰ ਦੀ ਸੁਖ ਸ਼ਾਂਤੀ ਵਾਸਤੇ ਚੇਤ ਦੀ ਸੰਗਰਾਂਦ ਤੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਹਨ। ਗੁਰਦੁਆਰਾ ਸਾਹਿਬ ਵਿੱਚ ਗਰੀਬ ਲੋਕਾਂ ਦੇ ਲਈ ਕਿਹੜੀਆਂ-ਕਿਹੜੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ? ਗੁਰਦੁਆਰਾ ਸਾਹਿਬ ਵਿਖੇ ਲੜਕੀਆਂ ਦੇ ਸ਼ਾਦੀਆਂ ਦਾ ਪੂਰਾ ਪ੍ਰਬੰਧ ਹੈ, ਜਿਸ ਵਾਸਤੇ ਸਾਰਾ ਹੀ ਸਮਿਆਨਾ ਗੁਰਦੁਆਰਾ ਸਾਹਿਬ ਦਾ ਹੈ। ਕੁਰਸੀਆਂ ਮੇਜ਼ ਗੁਰਦੁਆਰਾ ਸਾਹਿਬ ਦੇ ਹਨ। ਕਰੋਕਰੀ 300 ਬੰਦੇ ਦੀ ਗੁਰਦੁਆਰਾ ਸਾਹਿਬ ਦੀ ਹੈ। ਸਾਰਾ ਹੀ ਪ੍ਰਬੰਧ ਹੈ ਔਰ ਸਾਰਾ ਹੀ ਇੱਕ ਕਮੇਟੀ ਨਾਲ ਹੋ ਕੇ ਸਾਰੇ ਕਾਰਜ ਨਾਲ ਕਰਾਉਂਦੇ ਹਨ। ਸੋ ਆਓ ਹੁਣ ਚੱਲਦੇ ਹਾਂ ਲੰਗਰ ਹਾਲ ਵਿੱਚ। ਦੇਖ ਸਕਦੇ ਹੋ ਕਿ ਇਹ ਇੱਕ ਬਹੁਤ ਹੀ ਵਿਸ਼ਾਲ ਲੰਗਰ ਹਾਲ ਬਣਿਆ ਹੋਇਆ ਹੈ, ਜਿੱਥੇ ਕਿ ਹਰ ਤਰ੍ਹਾਂ ਦੀ ਸਹੂਲਤ ਲਈ ਹਰ ਤਰ੍ਹਾਂ ਦਾ ਸਮਾਨ ਉਪਲਬਧ ਹੈ। ਤੁਸੀਂ ਦੇਖ ਸਕਦੇ ਹੋ ਕਿ ਇੱਥੇ ਸੰਗਤ ਦੀ ਸਹੂਲਤ ਲਈ 3 ਫਰਿੱਜ ਹਨ, ਯਾਨੀ ਕਿ ਇੱਥੇ ਕੋਈ ਵੀ ਵੱਡੇ ਪੱਧਰ ਦਾ ਪ੍ਰੋਗਰਾਮ ਬੜੀ ਹੀ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਆਓ ਹੁਣ ਗੱਲ ਕਰਦੇ ਹਾਂ ਇੱਥੇ ਕੁਝ। ਤੁਸੀਂ ਕੀ ਕਹਿਣਾ ਚਾਹੋਗੇ ਇਸ ਗੁਰਦੁਆਰਾ ਸਾਹਿਬ ਬਾਰੇ? ਹਾਂਜੀ, ਗੁਰਦੁਆਰੇ ਦੀ ਤਾਂ ਜਿੰਨੀ ਅਸੀਂ ਪ੍ਰਸ਼ੰਸਾ ਕਰੀਏ ਘੱਟ ਹੀ ਹੁੰਦੀ ਆ, ਤੇ ਸਾਰੇ ਗੁਰੂ ਇਸ ਤਰ੍ਹਾਂ ਹੀ ਹੁੰਦੇ ਆ ਗੁਰਦੁਆਰਾ ਸਾਹਿਬ। ਤੇ ਪਰ ਸਾਡੇ ਇੱਥੇ ਲਾਗੇ ਛਾਗੇ ਪਿੰਡਾਂ ਦੇ ਗੁਰਦੁਆਰਾ ਆਪਣੇ ਹੈਗਾ ਬਾਬੇ ਦੀ ਮਿਹਰ ਕੁਟੀਆ, ਬਹੁਤ ਵਧੀਆ ਸਾਨੂੰ ਲੱਗਦਾ ਇੱਥੇ ਆ ਕੇ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਆ, ਤੇ ਜੋ ਵੀ ਸਾਨੂੰ ਸੇਵਾ ਇੱਥੇ ਮਿਲਦੀ ਅਸੀਂ ਨਿਭਾਉਂਦੇ ਹਾਂ। ਤੇ ਬਾਕੀ ਸਹਿਜ ਪਾਠ ਵੀ ਸ਼ੁਰੂ ਕੀਤੇ ਆ, ਤੇ ਉਹ ਅਸੀਂ ਘਰ ਜਾ ਕੇ ਵੀ ਕਰੀਦੇ ਆ ਆਪਣੇ, ਤੇ ਇੱਥੋਂ ਸ਼ੁਰੂ ਕਰਵਾ ਕੇ ਲੈ ਜਾਂਦੇ ਅਸੀਂ ਘਰ ਜਾ ਕੇ ਕਰ ਲੈਂਦੇ ਹਾਂ, ਤੇ ਲਗਾਤਾਰ ਵੀ ਅਸੀਂ ਕਰ ਰਹੇ ਹਾਂ। ਤੇ ਪਰ ਸਾਨੂੰ ਮਨ ਨੂੰ ਬਹੁਤ ਸਕੂਨ ਮਿਲਦਾ ਜਦੋਂ ਵੀ ਅਸੀਂ ਇੱਥੇ ਆਈਦਾ ਆ, ਸੇਵਾ ਆ ਕੇ ਕਰੀਦੀ ਆ, ਕੋਈ ਵੀ ਸੇਵਾ ਮਿਲ ਜਾਵੇ ਉਹ ਕਰ ਲੈਂਦੀ ਆ, ਤੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ। ਠੀਕ ਹੈ। ਇਸ ਤੋਂ ਇਲਾਵਾ ਦੇਖਣ ਵਿੱਚ ਆਇਆ ਕਿ ਇੱਥੇ ਬੀਬੀਆਂ ਵੱਲੋਂ ਹਰ ਐਤਵਾਰ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਜਾਂਦੇ ਹਨ। ਹਾਂਜੀ ਹਾਂਜੀ, ਪਾਠ ਲੜੀਵਾਰੀ ਸਾਡੇ ਚੱਲਦੇ ਸੀਗੇ, ਤੇ ਪਰ ਹੁਣ ਕਰੋਨਾ 19 ਕਰਕੇ ਵੀ ਨਹੀਂ ਕਰ ਸਕਦੇ, ਹੁਣ ਇਸ ਕਰਕੇ ਇਕੱਠ ਨਹੀਂ ਕਰਨਾ ਹੈਗਾ, ਤੇ ਇਸ ਕਰਕੇ ਬੀਬੀਆਂ ਘਰੋਂ ਘਰੀ ਆਪਣੇ ਆਪਣੇ ਕਰ ਲੈਂਦੀਆਂ ਜਿੰਨਾ ਹੋ ਸਕਦਾ ਹੈ, ਤੇ ਇਸ ਕਰਕੇ ਰੁਕਿਆ, ਨਹੀਂ ਤਾਂ ਅਸੀਂ ਲਗਾਤਾਰ ਹੀ ਪਾਠ ਇੱਥੇ ਹੋ ਰਹੇ ਸੀਗੇ, 3-4 ਸਾਲ ਹੋ ਗਏ। ਹਾਂਜੀ, ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਡੇ ਨਾਲ ਗੱਲ ਕਰਨ ਲਈ। ਗੁਰਦੁਆਰਾ ਸਾਹਿਬ ਦੇ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੇ ਉੱਤੇ ਸਿਰਫ ਇੰਨਾ ਹੀ ਕਿਹਾ ਜਾ ਸਕਦਾ ਹੈ ਕਿ ਜੇਕਰ ਇੱਕ ਛੋਟੀ ਜਿਹੀ ਸੰਸਥਾ ਲੋੜਵੰਦ ਦੀ ਸਹਾਇਤਾ ਲਈ ਇਸ ਹੱਦ ਤੱਕ ਅੱਗੇ ਆ ਸਕਦੀ ਹੈ, ਤਾਂ ਸਵਾਲ ਉੱਠਦੇ ਸਾਡੀਆਂ ਉਹਦੀਆਂ ਵੱਡੇ ਸੰਸਥਾਵਾਂ ਦੇ ਲਈ ਕਿ ਆਖਿਰ ਉਹ ਕੀ ਕਰ ਰਹੇ ਹਨ। ਸੋ ਸਾਡੀਆਂ ਸਾਰੀਆਂ ਹੀ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਇਸੇ ਤਰ੍ਹਾਂ ਹੀ ਲੋਕਾਂ ਦੀ ਮਦਦ ਲਈ ਅੱਗੇ ਆਉਣ। ਤੁਸੀਂ ਦੇਖ ਰਹੇ ਹੋ ਪੰਜਾਬ ਫੋਕਸ। ਮੈਂ ਹਾਂ ਸਿਮਰਨਜੀਤ ਕੌਰ, ਕੈਮਰਾਮੈਨ ਮਨਜੀਤ ਸਿੰਘ।